राज किया और राज करते रहणगे। ऐसी आवाज़ जिन्हों ने हमेशा हर एक गीत दे विच अपनी गायकी नूं कुछ नवां दिता। ਜਦੋਂ ਤੁਹਾਡੀ ਉਦੋਂ ਕਿੰਨੀ ਉਮਰ ਸੀ ਜਦੋਂ ਤੁਹਾਡੇ ਪਿਤਾ ਜੀ ਗੁਜ਼ਰ ਜਾਂਦੇ ਨੇ ਜੀ? मेरी 14 साल की उम्र सी। ਪਰ ਜਦੋਂ ਕਹਿੰਦੇ ਇੱਕ ਉਸਤਾਦ ਹੋਵੇ ਤਾਂ ਉਹ ਆਪਣੇ ਚੇਲੇ ਨੂੰ ਚੰਡ ਕੇ ਰੱਖਦਾ, ਤਾਂ ਕਿ ਇੱਕ ਉਸਤਾਦ ਵਾਲਾ ਵਤੀਰਾ ਵੀ ਉਹਨਾਂ ਦੇ ਵਿੱਚ ਇੱਕ ਝਲਕ ਸੀਗੀ, ਜਿਸ ਤਰ੍ਹਾਂ ਕਠੋਰ नहीं बड़े प्यार वाला सुभाव। ਇਸ ਵੇਲੇ ਅਸੀਂ ਪਿੰਡ ਖੇੜੀ ਨੌਦ ਵਿਖੇ ਆ ਖੜੇ ਹਾਂ। ਸੋ ਇਸ ਪਿੰਡ ਦੇ ਵਿੱਚ ਅੱਜ ਬਹੁਤ ਜ਼ਿਆਦਾ ਮਾਹੌਲ ਗਮਗੀਨ ਹੈ। ਉਸ ਦਾ ਕਾਰਨ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਮਸ਼ਹੂਰ ਕਲਾਕਾਰ ਗਾਇਕ ਸਰਦੂਲ ਸਿਕੰਦਰ ਹੁਣ ਇਸ ਦੁਨੀਆ 'ਚ ਨਹੀਂ ਰਹੇ ਅਤੇ ਉਹਨਾਂ ਦੀ ਅੰਤਮ ਯਾਤਰਾ ਜਿਹੜੀ ਹੈਗੀ ਆ ਖੰਨੇ ਤੋਂ ਪਿੰਡ ਵੱਲ ਨੂੰ ਆ ਰਹੀ ਹੈ, ਖੇੜੀ ਨੌਦ ਸਿੰਘ ਵੱਲ ਨੂੰ ਆ ਰਹੀ ਹੈ। ਰਸਤੇ ਦੇ ਵਿੱਚ ਪਿੰਡ ਦੀ ਪੰਚਾਇਤ ਬਿਲਕੁਲ ਪਿੰਡ ਦੇ ਸਾਹਮਣੇ ਖੜੇ ਨੇ ਅਤੇ ਇਸ ਵੇਲੇ ਸਾਡੇ ਨਾਲ ਸਰਦੂਲ ਸਿਕੰਦਰ ਜੀ ਦੇ ਭਤੀਜੇ ਬਾਈ ਜੀ ਹੈਗੇ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। सत श्री अकाल। ਕੀ ਨਾਮ ਹੈ ਜੀ ਤੁਹਾਡਾ? बाबा सिकंदर। ਬਾਬਾ ਜੀ, ਬਹੁਤ ਸਾਰੀਆਂ ਯਾਦਾਂ ਹੋਣਗੀਆਂ। ਚਾਚਾ ਜੀ ਸੀਗੇ ਤੁਹਾਡੇ? बिल्कुल जी। ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਅੱਜ ਦੁਨੀਆ ਜਿਸ ਹਿਸਾਬ ਦੇ ਨਾਲ ਇੱਥੇ ਇਕੱਤਰ ਹੋਈ ਹੈ ਲੋਕ ਨੇ, ਤਾਂ ਲੱਗਦਾ ਵੀ ਉਹ ਹਮੇਸ਼ਾ ਹੀ ਜਿੰਦਾ ਰਹਿਣਗੇ ਦਿਲਾਂ ਦੇ ਵਿੱਚ। बिल्कुल बिल्कुल उन्होंने हमेशा जी राज किया और राज करते रहणगे। ऐसी आवाज़ जिन्हों ने हमेशा हर एक गीत दे विच अपनी गायकी नूं कुछ नवां दिता। वो पूरी रहिंदी दुनिया तक वो आबाद रहूगी, वो आवाज़ गूंजती रहेगी लोगों के कन्नां दे विच। ਤੁਸੀਂ ਗਮਦੂਰ ਜੀ ਦੇ ਬੇਟੇ ਹੋ, ਤਾਂ ਤੁਹਾਡੇ ਪਿਤਾ ਜੀ ਸੀਗੇ ਜਿਹੜੇ ਉਹ ਵੀ ਬਹੁਤ ਸੁਰੀਲਾ ਕੰਠ ਦੇ ਮਾਲਕ ਸੀਗੇ। ਪਰਮਾਤਮਾ ਨੇ ਇਸ ਪਰਿਵਾਰ ਨੂੰ ਕਹਿੰਦਾ ਬਖਸ਼ਿਸ਼ ਸੀਗੀ ਜੀ। बिल्कुल जी बिल्कुल। क्योंकि साढ़े दादा परदादे नकड़ दादे तो ये सानू मेरे फादर साहब, मेरे दादा जी, परदादा जी सारे इस संगीत नाल जुड़े हुए सीगे। सो संगीत की गुड़ती सी, सब नू संगीत दे विच ही जम्मे सी, संगीत दे विच ही पले ने ਜੀ। ਤੇ ਜਦੋਂ ਤੁਹਾਡੀ ਉਦੋਂ ਕਿੰਨੀ ਉਮਰ ਸੀ ਜਦੋਂ ਤੁਹਾਡੇ ਪਿਤਾ ਜੀ ਗੁਜ਼ਰ ਜਾਂਦੇ ਨੇ ਜੀ? मेरी 14 साल की उम्र सी। ਤੇ 14 ਸਾਲ ਤੋਂ ਬਾਅਦ ਫਿਰ ਸਰਦੂਲ ਜੀ ਦੇ ਨਾਲ मैं काम करना शुरू किया सी उन्हां दे नाल ਜੀ। ਤਾਂ ਕਿਵੇਂ ਦਾ ਰਿਸ਼ਤਾ ਰਹਿੰਦਾ? ਚਾਚੇ ਭਤੀਜੇ ਵਾਲਾ ਜਾਂ ਉਸਤਾਦ ਤੇ ਚੇਲੇ ਵਾਲਾ ਰਹਿੰਦਾ? सारे बहुत प्यार भी जी, चाचा भतीजा भी उस्ताद चले, बहुत प्यार मिले उन्होंने। स्टेजां तो भी उन्होंने काम किया, उन्होंने रहनमाई च भी काम किया। बहुत प्यार मुहब्बत उन्होंने दी, आशीर्वाद। ਜਦੋਂ ਸਿਖਾਉਂਦੇ ਸੀ ਕਿਸ ਤਰ੍ਹਾਂ, ਕਿਉਂਕਿ ਜਦੋਂ ਗੱਲ ਆਉਂਦੀ ਹੈ ਕਲਾਕਾਰ ਦੇ ਨਾਲ ਤਾਂ ਇਹ ਪਤਾ ਲੱਗਦਾ ਵੀ ਇੱਕ ਮਜ਼ਾਕੀਆ ਸੁਭਾਅ ਦੇ ਮਾਲਕ ਸੀਗੇ। ਪਰ ਜਦੋਂ ਕਹਿੰਦੇ ਇੱਕ ਉਸਤਾਦ ਹੋਵੇ ਤਾਂ ਉਹ ਆਪਣੇ ਚੇਲੇ ਨੂੰ ਚੰਡ ਕੇ ਰੱਖਦਾ, ਤਾਂ ਕਿ ਇੱਕ ਉਸਤਾਦ ਵਾਲਾ ਵਤੀਰਾ ਵੀ ਉਹਨਾਂ ਦੇ ਵਿੱਚ ਇੱਕ ਝਲਕ ਸੀਗੀ, ਜਿਸ ਤਰ੍ਹਾਂ ਕਠੋਰ नहीं बड़े प्यार वाला सुभाव बड़ा। ਅੱਛਾ ਜੀ। कोई गल समझाउणी, कोई दसणी बड़े प्यार नाल। गुस्सा तो उन्होंने नेड़े तेड़े है ही नहीं सी किते। ਤੁਸੀਂ ਅੱਜ ਕੱਲ੍ਹ ਉਹਨਾਂ ਨੂੰ ਕਦੇ ਅੱਜ ਤੱਕ ਕਦੇ ਗੁੱਸੇ 'ਚ ਨਹੀਂ ਦੇਖਿਆ ਹੋਣਾ। ਬਹੁਤ ਰੇਅਰ ਟਾਈਮ ਨੇ ਜਦੋਂ ਕਿਤੇ ਥੋੜ੍ਹਾ ਬਹੁਤਾ ਮਾੜਾ ਮੋਟਾ ਕਿਤੇ ਗੁੱਸਾ, ਬਹੁਤ ਮੈਂ ਤਾਂ ਜ਼ਿੰਦਗੀ ਦੇ ਵਿੱਚ ਦੇਖਿਆ ਹੀ ਨਹੀਂ ਕਦੇ ਉਹਨਾਂ ਨੂੰ ਗੁੱਸਾ। ਪਿਆਰ ਨਾਲ ਹੀ ਗੱਲ ਹਮੇਸ਼ਾ ਦੱਸਣੀ, ਪਿਆਰ ਨਾਲ ਹੀ ਸਮਝਾਉਣੀ। ਬਾਬਾ ਸਾਹਿਬ, ਕੋਈ ਘਟਨਾ ਅਜਿਹੀ ਕਈ ਵਾਰ ਹੁੰਦਾ ਵੀ ਕਿਸੇ ਬੰਦੇ ਦੇ ਨਾਲ ਘਟੀ ਹੋਈ ਘਟਨਾ ਦਿਲ ਦੇ ਵਿੱਚ ਰਹਿ ਜਾਂਦੀ ਹੈ, ਜਿਹੜੀ ਸਦੀਆਂ ਤੱਕ ਜਾਂ ਮਤਲਬ ਕਿ ਮਰਦੇ ਦਮ ਤੱਕ ਯਾਦ ਰਹਿੰਦੀ ਹੈ, ਕੋਈ ਅਜਿਹੀ? ਬਹੁਤ ਹਰ ਇੱਕ ਇਨਸਾਨ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਜੀ। ਤੁਸੀਂ ਕੋਈ ਸਾਂਝੀ ਕਰਨੀ ਚਾਹੁੰਦੇ ਹੋਵੋ? ਸਾਂਝੀਆਂ ਹੀ ਨੇ ਸਾਰੇ ਪਰਿਵਾਰ ਨਾਲ। ਪਰਿਵਾਰ ਦੇ ਵਿੱਚ ਬਹਿਣਾ ਉੱਠਣਾ ਹੋਏ, ਉਹ ਯਾਦਾਂ ਸਾਰੀਆਂ ਸਾਂਝੀਆਂ ਹੀ ਨੇ। ਇਹ ਸਾਰੀਆਂ ਯਾਦਾਂ ਦੇ ਵਿੱਚ ਹੀ ਰਹਿੰਦੇ। ਬਹੁਤ ਬੜੀ ਗੱਲ ਹੈ। ਤੁਸੀਂ ਇੱਥੇ ਪਿੰਡ ਹੀ ਰਹਿੰਦੇ ਹੋ? ਮੈਂ ਪਿੰਡ ਖੇੜੀ ਨੌ ਸੀ। ਤੇ ਪਿੰਡ ਆਉਣਾ ਜਾਣਾ ਰਹਿੰਦਾ ਸੀ ਜੀ ਚਾਚਾ ਜੀ ਦਾ? ਬਿਲਕੁਲ ਪਿੰਡ ਆਉਣਾ ਜਾਣਾ ਰਹਿੰਦਾ। ਪਰਿਵਾਰ ਦੇ ਨਾਲ ਪਿੱਛੇ ਇਹ ਤੇ ਨਹੀਂ ਸੀ ਵੀ ਸ਼ਹਿਰ ਦੇ ਵਿੱਚ ਰਹਿੰਦੇ ਸੀ ਤੇ ਪਿੱਛੇ ਇੱਧਰ ਚਾਚੇ ਭਤੀਜਿਆਂ ਨਾਲ ਜਾਂ ਹੋਰ ਪਰਿਵਾਰ ਲੱਗਿਆ ਰਹਿੰਦਾ ਸੀ? ਆਉਣਾ ਜਾਣਾ, ਵਿਆਹ ਸ਼ਾਦੀਆਂ 'ਚ ਮਿਲਦੇ ਰਹਿੰਦੇ ਸੀ, ਆਉਣਾ ਜਾਣਾ ਸੀਗਾ ਸਾਰਾ। ਪਿਆਰ, ਬੜੀ ਮੁਹੱਬਤ ਸੀ ਜੀ। ਸੋ ਬਿਲਕੁਲ ਜੀ, ਸਰਦੂਲ ਸਿਕੰਦਰ ਜੀ ਦੇ ਭਤੀਜਾ ਬਾਬਾ ਸਿਕੰਦਰ, ਤੇ ਉਹਨਾਂ ਦਾ ਕਹਿਣਾ ਵੀ ਇੱਕ ਰਿਸ਼ਤਾ ਵੀ ਸੀ, ਪਰ ਇੱਕ ਰਿਸ਼ਤਾ ਉਸਤਾਦ ਵਾਲਾ ਵੀ ਸੀ, ਕਿਉਂਕਿ
ਇਹ ਵੀ ਗਾਉਂਦੇ ਨੇ, ਸੂਫੀ ਕਲਾਕਾਰ ਨੇ, ਗਾਇਕ ਨੇ ਤੇ ਉਂਗਲ ਫੜ ਕੇ ਸਿੱਖੇ ਨੇ ਸਿਕੰਦਰ ਸਾਹਿਬ ਦੀ, ਤਾਂ ਉਹਨਾਂ ਨੂੰ ਆਪਣਾ ਉਸਤਾਦ ਵੀ ਮੰਨਦੇ ਨੇ। ਇੱਕ ਰਿਸ਼ਤਾ ਚਾਚੇ ਭਤੀਜੇ ਵਾਲਾ ਵੀ ਰਹਿੰਦਾ ਹੈ। ਸੋ ਹੋਰ ਵੀ ਜਿਹੜੇ ਪਿੰਡ ਦੇ ਰੂਹਾਂ ਹੈਗੀਆਂ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇੱਥੋਂ ਹੀ ਹੋ ਜੀ? ਨਹੀਂ, ਮੈਂ ਖੰਨੇ ਤੋਂ ਆ। ਮੈਂ ਸਰਦੂਲ ਨੂੰ 80 ਤੋਂ ਮੈਂ ਜਾਣਦਾ। ਕਿਵੇਂ ਕਿਵੇਂ ਉਹਨਾਂ ਨਾਲ ਤਾਲੁਕ ਜਾਂ ਕਿਵੇਂ ਮੀਟਿੰਗ ਹਾਂ, ਜਾਣਦਾ ਕਿਵੇਂ ਜੀ। ਮੈਂ ਉਹ 3 ਭਾਈ ਸੀ ਇਹ। ਹਾਂਜੀ। ਸਰਦੂਲ, ਗਮਦੂਰ ਤੇ ਭਰਪੂਰ। ਹਾਂਜੀ ਇਹ ਕੀਰਤਨ ਕਰਕੇ ਆਉਂਦੇ ਹੁੰਦੇ ਸੀ ਜੀ। ਮੇਰੇ ਕੋਲ ਟੈਂਪੂ ਹੁੰਦਾ ਸੀ PNL 5634 ਖੰਨਾ ਖੇੜੀ ਪਰਮਿਟ ਤੇ ਜੀ। ਤੇ ਮੈਂ ਸ਼ਾਮ ਨੂੰ ਇਹਨਾਂ ਨੂੰ ਛੱਡ ਕੇ ਜਾਂਦਾ ਹੁੰਦਾ ਸੀ ਤੇ ਬਹੁਤ ਘੰਟੇ ਕਈ ਘੰਟੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਆ। ਤੇ ਖੰਨੇ ਵੀ ਮੇਰੇ ਉਹ ਗੁਆਂਢੀ ਨੇ। ਅੱਛਾ ਜੀ। ਖੰਨੇ ਵੀ ਮੇਰੇ ਗੁਆਂਢੀ ਨੇ। ਉਹ ਗੁਰੂ ਤੇਗ ਬਹਾਦਰ ਨਗਰ 'ਚ ਰਹਿੰਦੇ ਤੇ, ਮੈਂ ਜਗਤ ਕਲੋਨੀ 'ਚ ਰਹਿੰਦਾ ਸੀ। ਟੈਂਪੂ ਕਿਹੜਾ ਸੀ ਜੀ? ਸਵਾਰੀਆਂ ਵਾਲਾ? ਸਵਾਰੀਆਂ ਵਾਲਾ, ਜਿਹੜਾ ਭੂੰਡ ਹੁੰਦਾ, ਜਿਹੜਾ ਜਿਹਨੂੰ ਉਹ ਅੱਗੇ ਪਿੱਛੇ ਚੱਲਣ ਵਾਲਾ, ਗਰਦਨ ਜੀ ਵਾਲਾ। ਗਰਦਨ ਜੀ ਵਾਲਾ। ਤੇ PNL 5634 ਮੇਰੇ ਕੋਲ ਹੁੰਦਾ ਸੀ। ਖੰਨਾ ਖੇੜੀ ਮੇਰੇ ਕੋਲ ਪਰਮਿਟ ਤੀ। 1.5 ਰੁਪਈਆ ਇੱਥੇ ਲੈਂਦੇ ਹੁੰਦੇ ਸੀ ਅਸੀਂ। ਤੇ ਜਦ ਮੈਨੂੰ ਇਹ 2 ਰੁਪਏ ਦਿੰਦੇ ਹੁੰਦੇ ਤੇ, ਕਿਉਂ ਇਕੱਲੇ ਹੀ ਹੁੰਦੇ ਤੇ ਇਹ ਤਿੰਨੇ ਭਾਈ 2 ਰੁਪਏ ਹੁੰਦੇ। ਸਪੈਸ਼ਲ ਕਰਕੇ ਜਾਂਦੇ ਜਾਨੀ? ਮੈਨੂੰ ਉੱਥੇ ਸਪੈਸ਼ਲ ਨਹੀਂ ਛੱਡਣ ਜਾਂਦਾ ਸੀ। ਬਹੁਤ ਸਾਡਾ ਯਾਨੀ ਵਧੀਆ ਰੰਗਲਾ ਮਿੱਤਰ ਸੀ ਸਾਡਾ ਉਹ, ਬਹੁਤ ਰੰਗਲਾ ਮਿੱਤਰ। ਤੇ ਅਸੀਂ ਉਹਦਾ ਬਚਪਨ ਵੀ ਦੇਖਿਆ। ਅਸੀਂ ਉਹਨੂੰ ਯਾਨੀ ਗਾਉਂਦੇ ਨੂੰ ਵੀ ਦੇਖਿਆ। ਉਹਨੂੰ ਕਹਿੰਦੇ ਵੀ ਮੇਰਾ ਰਿਕਾਰਡ ਸੁਣੋ, ਮੇਰਾ ਕਾਮਯਾਬ ਹੋ ਜਾਊਗਾ। ਤੁਹਾਡਾ ਕੀ ਨਾਮ? ਮੇਰਾ ਨਾਮ ਸ਼ਸ਼ੀ ਵਰਧਨ ਪੜੀਆ। ਮੇਰਾ ਪਿੰਡ ਪੜੀਆ ਨਾਲ ਆ। ਵਰਧਨ ਸਾਹਿਬ, ਮਤਲਬ ਕਿ ਉਦੋਂ ਜਦੋਂ ਤੁਸੀਂ ਟੈਂਪੂ ਚਲਾਉਂਦੇ ਸੀ ਤੇ ਇਹ ਤਿੰਨੇ ਭਰਾ ਗਾਉਣ ਜਾਂਦੇ ਸੀ ਕੀਰਤਨ ਹਾਂ, ਕੀਰਤਨ ਕਰਨ ਦੇ ਲਈ, ਤਾਂ ਉਦੋਂ ਕਿੰਨੀ ਕੁ ਉਮਰ ਸੀਗੀ ਜੀ ਉਹਨਾਂ ਦੀ ਤੇ ਤੁਹਾਡੀ ਕਿੰਨੀ ਕੁ ਸੀ ਜੀ? ਮੇਰੀ ਇਸ ਟਾਈਮ ਮੇਰੀ 64 ਸਾਲ ਦੀ ਉਮਰ ਇਸ ਟਾਈਮ। 80 ਦੀ ਲਾ ਲਓ ਸਾਹਿਬ, ਕਿੰਨੇ 34 ਸਾਲ ਹੋ ਗਏ, ਕਿੰਨੇ ਹੋ ਗਏ? 34 ਹੋ ਗਏ, 44 ਸਾਲ ਹੋ ਗਏ ਪਹਿਲਾਂ। 44 ਸਾਲ ਪਹਿਲਾਂ ਦੀ ਗੱਲ ਕਰਦਾ ਜੀ। 44 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ। ਜਾਨੀ ਬਹੁਤ ਸਾਡਾ ਅਸੀਂ ਇਸੇ ਜਗਰਾਤਾ ਕਰਾਉਣੇ ਇਕੱਠੇ ਉੱਥੇ ਇੱਕ ਆਪਣੇ ਖੰਨੇ। ਜਦੋਂ ਤੁਸੀਂ 21-22 ਸਾਲ ਦੇ ਸੀਗੇ ਬਸ? ਹਾਂ। ਮੈਂ 10ਵੀਂ ਤੋਂ ਬਾਅਦ ਮੈਂ ਇਹੀ ਕੰਮ ਕਰਦਾ ਸੀ। ਮੈਂ ਟੈਂਪੂ ਚਲਾਉਣ ਲੱਗਿਆ ਸੀ 10ਵੀਂ ਪਾਸ ਕਰਕੇ। ਤੇ ਉਦੋਂ ਦੀ ਕੋਈ ਗੱਲ ਯਾਦ ਹੋਵੇ ਜਾਂ ਟੈਂਪੂ ਦੇ ਵਿੱਚ, ਕਿਉਂਕਿ ਜਦੋਂ ਵੀ ਕੋਈ ਬੰਦਾ ਸਪੈਸ਼ਲ ਲੈ ਕੇ ਜਾਂਦਾ ਤਾਂ ਜਿੱਥੇ ਆਪਸੀ ਗਾਇਕ ਕਲਾਕਾਰ ਰਿਆਜ਼ ਕਰਦੇ ਚਲੇ ਜਾਂਦੇ ਨੇ ਤਾਂ ਗੱਲਾਂ ਬਾਤਾਂ ਵੀ ਕਰਦੇ ਜਾਂਦੇ ਨੇ। ਯਾਰ ਕਿਆ ਪਤਾ ਲੱਗਦਾ ਸੀ ਵੀ ਸਰਦੂਲ ਐਡੀ ਵੱਡੀ ਗੱਲ ਹੈ, ਯਾਨੀ ਸਰਦੂਲ ਦੀ ਐਡੀ ਵੱਡੀ ਗੱਲ ਹੈ। ਤੇ ਯਾਨੀ ਜਦ ਨਹੀਂ ਸੀ, ਜਦ ਤਾਂ ਸਾਡੇ ਆਮ ਬੰਦਾ ਸੀ, ਜਿਵੇਂ ਅਸੀਂ ਆਪਾਂ ਫਿਰਦੇ ਸਾਰੇ ਬੰਦੇ। ਇੱਕ ਨੇ ਜਦ ਸਰਦੂਲ ਸੀ ਸਾਡੇ ਨਾਲ, ਉਹੀ ਗਮਦੂਰ ਸੀ, ਉਹੀ ਆਪਣੇ ਭਰਪੂਰ ਸੀ। ਇੱਕ ਤਬਲਾ ਵਜਾਉਂਦਾ ਸੀ, ਇੱਕ ਹਾਰਮੋਨੀਅਮ ਵਜਾਉਂਦਾ ਸੀ, ਇੱਕ ਸਾਰੰਗੀ ਵਜਾਉਂਦਾ ਹੁੰਦਾ ਸੀ। ਅਸੀਂ ਤਾਂ ਉਹ ਸਰਦੂਲ ਨੂੰ ਜਾਣਦੇ ਹਾਂ, ਜਿਹੜਾ ਅੱਜ ਜਿਹਨੂੰ ਅੱਜ ਅਸੀਂ ਮਹਿਸੂਸ ਕਰਦੇ ਹਾਂ ਸਾਡਾ ਰੰਗਲਾ ਦੋਸਤ। ਵੀ ਅੱਜ ਉਹਨੂੰ ਇੰਨੀ ਜਨਤਾ ਉਹਦੇ ਮਗਰ, ਉਹਦੀ ਜਿਹੜੀ ਅੱਜ ਦੀ ਸ਼ਰਧਾਂਜਲੀ ਆ ਉਹਨੂੰ, ਉਹ ਬਹੁਤ ਯਾਨੀ ਕਦੇ ਨਹੀਂ ਸੋਚਿਆ ਅਸੀਂ। ਅੱਜ ਪਿੰਡ 'ਚ ਵੀ ਮੈਂ ਵਿੰਕੀ, ਇੱਥੇ ਮੇਰੇ ਆਪਣੇ ਹੈਗੇ ਨੇ ਦਰਸ਼ਨ ਸਿੰਘ ਬਾਈ ਦੇ, ਮੈਂ ਘਰ ਬੈਠਾ ਸੀ, ਇੱਥੇ ਬੈਠਾ। ਵਿੰਕੀ ਸਰਪੰਚ ਆ ਮੁੰਡਾ ਇੱਥੇ ਤੋਂ। ਅਸੀਂ ਗੱਲਾਂ ਕਰਦੇ ਹਾਂ, ਉਹ ਪੁਰਾਣੀਆਂ ਗੱਲਾਂ ਕਰਦੇ ਹਾਂ ਵੀ ਕਿਆ ਯਾਰ ਅੱਜ ਯਾਨੀ ਇਹ ਸੋਚਿਆ ਨਹੀਂ ਸੀ। ਅੱਜ ਅਸੀਂ ਜੰਮਦੇ ਹਾਂ ਜਾਂ ਸਾਡਾ ਮਰਨ ਕਿਹੋ ਜਿਹਾ ਹੋਊਗਾ। ਇਹੋ ਜਿਹਾ ਮਰਨ ਤਾਂ ਹਰੇਕ ਦਾ ਹੋਵੇ ਜਿਹੋ ਜਿਹਾ ਉਹਦਾ ਮਰਨ ਹੈ। ਪਰ ਦੇਖੋ ਸਭ ਤੋਂ ਵੱਡੀ ਗੱਲ ਕੀ ਆ, ਇਹਦੀ ਮਿਸਿਜ ਨੇ ਇਹਨੂੰ ਕਿਡਨੀ ਦਿੱਤੀ। ਮੈਨੂੰ ਉਹ ਵੀ ਯਾਦ ਹੈ, ਕਿੰਨਾ ਪਿਆਰ ਆ ਉਹਦਾ ਅਮਰ ਨੂਰੀ। ਮੈਨੂੰ ਗਿਟਕਾ ਖਾਣ ਤੋਂ ਹੀ ਰੱਖ ਲਾ, ਗਿਟਕਾ ਗਿਣਨ ਤੋਂ ਹੀ ਰੱਖ ਲਾ, ਬੇਰੀਆਂ ਤੇ ਬੇਰ ਖਾਣੀਏ, ਜਾਂ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀ। ਉਹ ਸਰਦੂਲ ਹੈ। ਮਤਲਬ ਕਿ ਜਦੋਂ ਤੁਹਾਡੀ 20 ਸਾਲ ਦੀ ਉਮਰ ਸੀ ਤਾਂ ਇਹਨਾਂ ਦੀ 17 ਕੁ ਸਾਲ ਦੀ ਹੋਈ? ਨਹੀਂ ਕਿ ਹੋਊਗੀ ਅੰਦਾਜ਼ਾ, ਬਸ ਜਾਨੀ ਛੋਟੇ ਇਹਨਾਂ ਨੇ ਬਹੁਤ ਸੰਘਰਸ਼ ਕੀਤਾ ਬੰਦਿਆਂ ਨੇ। ਤਾਂ 4 ਸਾਲ ਛੋਟੇ ਹੋਏ ਨਾ, ਹੁਣ 60 ਸਾਲ ਦੀ ਸੀ ਉਹਨਾਂ ਦੀ। ਹਾਂ 60 ਸਾਲ ਦੀ। ਯਾਨੀ ਅਸੀਂ ਉਹ ਸੰਘਰਸ਼ ਕਰਤਾ ਬੰਦਿਆਂ ਨੇ, ਬਹੁਤ ਸੰਘਰਸ਼। ਇਹਨਾਂ ਨੇ ਬਹੁਤ ਬਚਪਨਾਂ ਦੇ ਵਿੱਚ ਗਰੀਬੀ ਦੇਖੀ ਹੈ ਤੇ ਬਹੁਤ ਬੁਲੰਦੀ ਦੇਖੀ ਹੈ ਇਹਨਾਂ ਨੇ। ਯਾਨੀ ਅੱਜ ਜਾਨੀ 9 ਹੈ ਇਹਦਾ ਸਰਦੂਲ ਦਾ, ਜਿਹੜੇ ਇੰਟਰਨੈਸ਼ਨਲ ਕਲਾਕਾਰ। ਯਾਨੀ ਸਾਡੇ ਖੰਨੇ ਦੇ 2 ਕਲਾਕਾਰ ਹੋਏ ਨੇ, ਇੱਕ ਲਾਭ ਜੰਜੂਆ ਹੋਇਆ ਹੈ ਤੇ ਦੂਜਾ ਇਹ ਹੋਇਆ ਜਿਹਨੇ ਖੰਨੇ ਦਾ ਨਾਮ ਰੋਸ਼ਨ ਕੀਤਾ, ਜਿਹੜਾ ਆਪਣੇ ਖੇੜੀ ਦਾ ਨਾਮ ਰੋਸ਼ਨ ਕੀਤਾ, ਸਾਡਾ ਪਿੰਡ ਸਾਡਾ ਇਲਾਕੇ ਦਾ ਨਾਮ ਰੋਸ਼ਨ ਕੀਤਾ, ਉਹ ਸਰਦੂਲ ਸਿਕੰਦਰ ਹੈ। ਕਦੇ ਬਾਅਦ ਦੇ ਵਿੱਚ ਮੁਲਾਕਾਤ ਹੋਈ ਸ਼ਸ਼ੀ ਸਾਹਿਬ ਸਰਦੂਲ ਸਾਹਿਬ ਨੂੰ ਦੱਸਿਆ ਬਈ ਤੁਸੀਂ ਇੰਨੀ ਕੁ ਉਮਰ ਦੇ ਵਿੱਚ ਮੇਰੇ ਜਾਂ ਉਹਨਾਂ ਨੂੰ ਪਤਾ ਸੀ? ਪਤਾ ਸੀ, ਅਸੀਂ ਬਹੁਤ ਗੱਲਾਂ ਕਰਦੇ ਰਹੇ, ਅਸੀਂ ਬਹੁਤ ਸਾਂਝੀਆਂ ਗੱਲਾਂ ਕੀਤੀਆਂ ਯਾਰ। ਅੱਜ ਵੀ ਹੋਈਆਂ ਗੱਲਾਂ? ਹਾਂ ਅਸੀਂ ਹੁਣ ਵੀ ਗੱਲਾਂ ਕਰਦੇ ਰਹੇ, ਥੋੜੀ ਦੇਰ ਪਹਿਲਾਂ ਹੁਣ ਵੀ ਗੱਲਾਂ ਕਰਕੇ ਹਟੇ ਆ। ਬਿੱਟੂ, ਜਿਹੜਾ ਬਿੱਟੂ ਖੰਨੇ ਵਾਲਾ, ਜਿਹੜਾ ਬਿੱਟੂ ਹੈ ਨਾ ਆਪਣੇ ਸਾਊਂਡ ਸਰਵਿਸ, ਉਹਦੇ ਜਗਰਾਤੇ ਤੇ ਸਾਡੀਆਂ ਬਹੁਤ ਗੱਲਾਂ ਹੋਈਆਂ ਨੇ, ਬਹੁਤ ਗੱਲਾਂ ਹੋਈਆਂ ਨੇ। ਕੀ ਗੱਲ ਸੀਗੀ ਕੋਈ ਜਾਂ ਉਹਨਾਂ ਨੇ? ਕਿਉਂਕਿ ਕਈ ਵਾਰ ਹੁੰਦਾ ਬਈ ਬੰਦਾ ਇਸ ਲੈਵਲ ਤੋਂ ਉੱਪਰ ਚਲੇ ਗਿਆ ਤਾਂ ਉਹਦਾ ਜੋ ਵਤੀਰਾ ਰਹਿੰਦਾ ਹੈ ਥੋੜਾ ਜਿਹਾ ਹੰਕਾਰੀ ਟਾਈਪ ਦਾ। ਨਾ ਹੰਕਾਰ ਨਹੀਂ ਇਹਦੇ ਚ ਹੈਗਾ ਤੀ। ਹੰਕਾਰ ਇਹ ਚ ਨਾ ਹੰਕਾਰ ਤੋਂ ਬਹੁਤ ਦੂਰ ਤੀ ਯਾਰ, ਬਹੁਤ ਦੂਰ ਤੀ ਬੰਦਾ ਹੈ। ਪਹਿਚਾਣ ਲਿਆ ਜੀ ਉਹਨਾਂ ਨੇ ਤੁਹਾਨੂੰ? ਲੈ ਯਾਰ, ਅਸੀਂ ਇਕੱਠੇ ਰਹੇ ਹਾਂ, ਪਹਿਚਾਣ ਨੂੰ ਕਿਵੇਂ ਨਹੀਂ।
ਕਿਹੜੇ ਬੱਚਾ ਪਿੰਡ ਦੇ ਬੰਦੇ ਨੇ ਪਹਿਚਾਨਣ ਦੀ ਗੱਲ ਨਹੀਂ ਹੈਗੀ। ਸਾਡੇ ਤਾਂ ਇਕੱਠੇ ਰਹੇ ਆ, ਤਾਂ ਅਸੀਂ ਤਾਂ ਇਕੱਠੇ ਜਗਰਾਤੇ ਕਰਾਏ ਨੇ, ਬਹੁਤ ਦੇਰ ਤੋਂ ਜਗਰਾਤਾ ਕਰਾਣੇ ਇੱਥੇ ਆਪਣੇ ਗੁਰੂ ਤੇਗ ਬਹਾਦਰ ਨਗਰ ਦੇ। ਅਸੀਂ ਜਗਰਾਤਾ ਲਗਾਤਾਰ ਹਰੇਕ ਸਾਲ ਜਗਰਾਤਾ ਕਰਾਉਂਦੇ ਹਾਂ ਰਲ ਕੇ ਇਕੱਠੇ ਸਾਰੇ। ਬਹੁਤ ਵਧੀਆ ਬੰਦਾ ਸੀ, ਬਹੁਤ ਰੰਗਲਾ ਸੀ, ਬਹੁਤ ਮੇਰੀ ਯਾਨੀ ਅੰਦਰੋਂ ਸ਼ਬਦ ਨਹੀਂ ਹੈ ਕੋਈ ਕਿਹੜੇ ਅੱਖਰਾਂ ਨਾਲ ਮੈਂ ਸ਼ਰਧਾਂਜਲੀ ਦੇਵਾਂ। ਮੈਂ ਤਾਂ ਇਹੀ ਗੱਲ ਕਰਦਾ ਵੀ ਜੇ ਮਰਨ ਹੋਵੇ, ਇੰਨਾ ਇਕੱਠ ਹੋਵੇ, ਉਹਦੇ ਇਕੱਠ ਦੇ ਵਿੱਚ ਉਹ ਮਰਨੀ ਹੈ ਤਾਂ ਸਿੱਧਾ ਸਵਰਗਾਂ ਨੂੰ ਗਿਆ। ਬਸ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਇਹ ਬਹੁਤ ਵਧੀਆ ਗੱਲ ਹੈ। ਬਹੁਤ ਬਚਪਨ ਵੀ ਯਾਦ ਆਉਂਦਾ ਹੈ ਉਹਨਾਂ ਦੀ ਤਬਲੇ ਵੀ। ਉਹ ਸਾਨੂੰ ਜਦ ਛੋਟੇ ਹੁੰਦੇ ਸੀ ਸਾਨੂੰ ਘੰਟਾ ਮੇਰੇ ਵੱਡੇ ਬ੍ਰਦਰ ਨੇ ਚੰਡੀਗੜ੍ਹ DAV ਕਾਲਜ ਦੇ ਹੈੱਡ ਆਫ ਡਿਪਾਰਟਮੈਂਟ ਉਹਦੇ ਕੋਲ ਆ ਕੇ 2000 ਨਿਰਮਲ ਦੱਤ ਕਹਿੰਦੇ ਉਹਨੂੰ, ਉਹਦੇ ਆ ਕੇ ਉਹਨੂੰ ਗਾਣੇ ਸੁਣਾਉਂਦੇ ਤੇ ਮੈਂ ਗਾਣਾ ਕਾਮਯਾਬ ਹੋ ਜੂ, ਮੇਰਾ ਹੋ ਜੂ, ਵਾਹ ਹੋ ਜੂ। ਯਾਨੀ ਅਸੀਂ ਤਾਂ ਉਹ ਟਾਈਮ ਵੀ ਦੇਖਿਆ ਇਹਨਾਂ ਦਾ। ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਨੇ, ਪਰ ਅੱਜ ਲੋਕ ਇੱਥੇ ਨੇ। ਤੇ ਤੁਸੀਂ ਇਹ ਗੱਲ ਕੀਤੀ ਹੈ ਵੀ ਜੇ ਮਰਨ ਹੋਣਾ ਚਾਹੀਦਾ ਤਾਂ ਅਜਿਹਾ ਹੋਣਾ ਚਾਹੀਦਾ, ਤਾਂ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਉਹਨਾਂ ਨੂੰ ਜਾਣਕਾਰੀ ਰੱਖਣ ਵਾਲੇ ਇਸੇ ਪਿੰਡ ਦੇ ਸਰਪੰਚ ਸਾਹਿਬ ਨੇ ਮਿੰਟ ਲਾਇਆ ਬਈ ਮੇਰੀ ਫਸਲ ਕੱਟ ਦਿਓ, ਕਣਕ ਕੱਟ ਦਿਓ। ਬਿੰਕੀ ਆ ਮੁੰਡਾ, ਬਿੰਕੀ ਆ, ਦਰਸ਼ਨ ਸਿੰਘ ਨੇ ਇੱਥੇ ਜਿਹੜੇ ਆਪਣੇ ਸੁਣ ਲਓ। ਨਹੀਂ ਉਹ ਤਾਂ ਹੋਈ ਰਹੇ ਬੰਦੇ ਨੇ ਇੱਥੇ ਦੇ ਬਾਈ ਦਰਸ਼ਨ ਹੋਣੀ। ਰਮਨ ਬਾਈ ਜੀ ਹੈਗੇ ਨੇ, ਰੁਪਿੰਦਰ ਸਿੰਘ ਸਰਪੰਚ, ਉਹਨਾਂ ਨੇ ਆਪਣੀ ਜ਼ਮੀਨ ਦਿੱਤੀ ਹੈ ਜੀ। ਬਿਲਕੁਲ, ਉਹ ਦੇਖੋ ਸਾਰੀ ਟੀਮ ਇੱਕੋ ਹੈ, ਇਹ ਸਾਰੀ ਟੀਮ ਇੱਕੋ ਹੈ, ਰਲ ਮਿਲ ਕੇ ਕੀਤਾ ਕੰਮ, ਪੰਚਾਇਤ ਨੇ ਕੀਤਾ ਬਹੁਤ ਵਧੀਆ। ਯਾਨੀ ਇਹ ਬਹੁਤ ਉਹਨਾਂ ਦੀ, ਮੈਂ ਉਹਨਾਂ ਦਾ ਧੰਨਵਾਦੀ ਅਤੀ ਰਿਣੀ ਆ ਉਹ ਬੰਦੇ ਦਾ, ਜਿਸ ਬੰਦੇ ਨੇ ਸਾਰੀ ਉਮਰ ਵਾਸਤੇ ਸਰਦੂਲ ਨੂੰ ਆਪਣੀ ਜ਼ਮੀਨ ਦਿੱਤੀ ਤੇ ਉਹਦੇ ਵਿੱਚ ਉਹਦੀ ਸਮਾਧੀ ਬਣੀ ਤੇ ਦਰਸ਼ਨ ਕਰਨ ਦਾ ਮੌਕਾ ਮਿਲੂਗਾ ਆਉਣ ਵਾਲੀ ਪੀੜ੍ਹੀਆਂ ਨੂੰ। ਇਹ ਬਹੁਤ ਵੱਡੀ ਗੱਲ ਹੈ। ਅੱਜ ਕੱਲ੍ਹ ਕੀ ਕਰਦੇ ਹੋ ਤੁਸੀਂ? ਮੇਰਾ ਇੰਟਰਲੌਕ ਟਾਇਲ ਦਾ ਕੰਮ ਹੈ ਜੀ ਖੰਨੇ। ਟੈਂਪੂ ਕਦੋਂ ਛੱਡਿਆ ਜੀ ਫਿਰ ਚਲਾਉਣਾ? ਟੈਂਪੂ ਮੈਂ ਛੱਡਤਾ 82-83 ਛੱਡਤਾ ਸੀ ਮੈਂ। ਤੇ ਥੋੜਾ ਟਾਈਮ ਹੀ ਚਲਾਇਆ? ਨਹੀਂ, ਉਹ ਤੋਂ ਬਾਅਦ ਮੈਂ ਦੂਆ ਲੈ ਸੀ ਗੱਡੀ ਆਪਣੀਆਂ ਜਿਹੜੀਆਂ ਹੁੰਦੀਆਂ ਨੇ ਲੋਡ ਵਾਲੀਆਂ ਗੱਡੀਆਂ ਹੁੰਦੀਆਂ ਨੇ। ਮੈਂ ਜੈ ਟੈਂਪੂ ਯੂਨੀਅਨ, ਫਿਰ ਖੰਨਾ ਟੈਂਪੂ ਯੂਨੀਅਨ ਦੇ ਵਿੱਚ ਮੈਂ ਪ੍ਰੈਜ਼ੀਡੈਂਟ ਵੀ ਰਿਹਾ। ਖੰਨੇ ਟੈਂਪੂ ਯੂਨੀਅਨ ਦਾ ਮੈਂ ਅੱਜ ਵੀ ਗਲੋਬਲ ਹਿਊਮਨ ਰਾਈਟ ਫਰੰਟ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ। ਅੱਜ ਵੀ ਮੈਂ ਇੰਟਰਲੌਕ ਟਾਇਲ ਫੈਕਟਰੀ ਐਸੋਸੀਏਸ਼ਨ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ। ਅੱਜ ਵੀ ਪੰਜਾਬ ਬ੍ਰਾਹਮਣ ਸਭਾ ਜਿਹੜੀ ਹੈਗੀ ਹੈ, ਪੰਜਾਬ ਆਲ ਇੰਡੀਆ ਏਕਤਾ ਬ੍ਰਾਹਮਣ ਪ੍ਰੀਸ਼ਦ ਹੈ, ਉਹਦਾ ਵੀ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ। ਮੇਰਾ ਪਿੰਡ ਭੜੀਆ। ਉਹ ਖੰਨੇ ਦੇ ਲੋਕਾਂ ਦੇ ਨਾਲ ਮੁਹੱਬਤ ਸੀ, ਪਿਆਰ ਸੀ, ਇੱਕ ਆਵਾਜ਼ ਤੋਂ ਬਾਅਦ ਹੀ ਆ ਜਾਂਦੇ ਸੀ ਜੇ ਕਿਸੇ ਜਗਰਾਤਿਆਂ ਵਗੈਰਾ 'ਚ ਜਾਂ ਨਹੀਂ ਉਹ ਲੋਕ ਟਾਈਮ ਲੈਣ ਜਾਂਦੇ ਨੇ। ਸਾਡੇ ਵਾਸਤੇ ਕੋਈ ਦਿੱਕਤ ਨਹੀਂ ਹੋਊਗਾ। ਸਰਦੂਲ ਉੱਥੇ ਜਾ ਕੇ ਪ੍ਰੋਗਰਾਮ ਕਰਨਾ ਹੈ, ਇੰਨੇ ਦਾ ਕਰਨਾ ਹੈ। ਉਹ ਕਹਿੰਦਾ ਠੀਕ ਹੈ, ਓਕੇ ਜੀ। ਜਾਣੀ ਜੋ ਉਹਨੂੰ ਮੁੱਠੀ ਬੰਦ ਕਰਕੇ ਦੇਤਾ ਉਹ ਲੈ ਲਿਆ ਉਹਨੇ। ਕਦੇ ਉਹਨੇ ਖੰਨੇ ਦੇ ਬੰਦਿਆਂ ਤੋਂ ਜਾਂ ਇਹ ਪਿੰਡਾਂ ਦੇ ਬੰਦਿਆਂ ਤੋਂ ਕਦੇ ਉਹਨੇ ਇੱਕ ਨਹੀਂ ਕਿਹਾ ਵੀ ਮੈਂ ਅੜ ਕੇ ਨਹੀਂ ਕਿਹਾ ਵੀ ਮੈਂ ਇੰਨੇ ਪੈਸੇ ਲਊਂਗਾ ਨਾ। ਇਹ ਕਦੇ ਵੀ ਜਾਣੀ ਇਹ ਸੋਚ ਤੋਂ ਵੀ ਦੂਰ ਹੈ। ਚਾਹੇ ਉਹ ਇਹ ਰਿਹਾ ਹੋਵੇ, ਚਾਹੇ ਆਪਣੇ ਲੱਭ ਜੰਜੂਆ ਨਾ। ਇਹ ਕਦੇ ਬੰਦਿਆਂ ਨੇ ਇਹਨਾਂ ਨੇ ਕਦੇ ਵੀ ਦੋਏ ਸਾਡੀਆਂ ਜਿਹੜੀ ਵਧੀਆ ਸ਼ਖਸੀਅਤਾਂ ਨੇ ਸਾਡੇ 'ਚ ਨਹੀਂ ਰਹੀਆਂ। ਅੱਜ ਬੜਾ ਮਨ ਭਰਦਾ ਤੇ ਮਨ ਜਾਣੀ ਕਿਹੜੇ ਸ਼ਬਦ ਨਹੀਂ ਇਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਦੋਹਾਂ ਨੂੰ ਵੀ ਸ਼ਰਧਾਂਜਲੀ ਕਿਵੇਂ ਦਈਏ ਇਹਨਾਂ ਨੂੰ, ਨਹੀਂ ਸ਼ਬਦ ਹੈਗੇ। ਅੱਜ ਹਰ ਗੱਲ, ਹਰ ਆਵਾਜ਼ ਸਰਦੂਲ ਦੀਆਂ ਗੱਲਾਂ ਕਰ ਰਹੀ ਹੈ। ਹਾਂ ਸਰਦੂਲ ਨਹੀਂ ਮਰਿਆ, ਸਰਦੂਲ ਦੀ ਸੋਚ ਨਹੀਂ ਮਰੀ ਹੈਗੀ, ਸਰਦੂਲ ਦੀ ਦੇਹ ਮਰੀ ਆ। ਨਹੀਂ ਮਰੂਗੀ ਉਹਦੀ ਜਾਣੀ ਉਹਦੀ ਜੋ ਉਹਦੀ ਸੋਚ ਆ, ਸੋਚ ਦੇ ਨਾਲ ਚੱਲਾਂਗੇ। ਜੋ ਉਹਦੇ ਅਧੂਰੇ ਕੰਮ ਨੇ ਉਹ ਪੂਰੇ ਕਰਾਂਗੇ। ਜਿੰਨੀ ਸਾਨੂੰ ਅਸੀਂ ਯਾਨੀ ਪਰਮਾਤਮਾ ਨੇ ਸਾਨੂੰ ਜੋ ਵੀ ਅੱਜ ਦਿੱਤਾ ਹੈ ਵੀ ਉਹਨੂੰ ਅਸੀਂ ਇਹਦੇ ਜੇ ਕਦੇ ਵੀ ਕੰਮ ਆਵੇ ਅਸੀਂ ਆ ਸਕੀਏ। ਅਸੀਂ ਹਾਜ਼ਰ ਹਾਂ, ਪਰਿਵਾਰ ਵਾਸਤੇ ਹਾਜ਼ਰ ਹਾਂ, ਅਸੀਂ ਸਾਰਿਆਂ ਬੰਦਿਆਂ ਵਾਸਤੇ ਹਾਜ਼ਰ ਹਾਂ ਯਾਰ। ਸੋ ਬਿਲਕੁਲ ਜੀ, ਇਹ ਸ਼ਸ਼ੀ ਜੀ ਸੀਗੇ ਜਿਹੜੇ ਸਰਦੂਲ ਹੋਰਾਂ ਦੇ ਨਾਲ, ਉਹਨਾਂ ਦੇ ਭਰਾਵਾਂ ਦੇ ਨਾਲ ਜਾਂਦੇ ਰਹੇ ਨੇ। ਇਹਨਾਂ ਦਾ ਕਹਿਣਾ ਹੈ ਕਿ ਟੈਂਪੂ ਚਲਾਉਂਦੇ ਸੀ ਉਦੋਂ, ਤੇ ਬਹੁਤ ਪੁਰਾਣੀ ਜਿਹੜੀ ਯਾਦ ਅੱਜ ਇਹ ਵੀ ਇਹਨਾਂ ਨੇ ਸਾਂਝੀ ਕੀਤੀ ਹੈ, ਤਾਜ਼ਾ ਕੀਤੀ ਹੈ। ਤੇ ਵੱਡੀ ਗੱਲ ਇਹ ਵੀ ਕੀਤੀ ਹੈ ਵੀ ਉਸ ਤੋਂ ਬਾਅਦ ਵੀ ਇਹਨਾਂ ਦੀ ਗੱਲਬਾਤ ਹੁੰਦੀ ਰਹੀ ਹੈ, ਪਰ ਬੰਦੇ ਦੇ ਸੁਭਾਅ ਦੇ ਵਿੱਚ ਕੋਈ ਫਰਕ ਇਹਨਾਂ ਨੂੰ ਨਜ਼ਰ ਨਹੀਂ ਆਇਆ। ਨਹੀਂ ਤਾਂ ਇਹ ਹੁੰਦਾ ਵੀ ਪੁਰਾਣੇ ਲੋਕਾਂ ਦੇ ਨਾਲ ਜਦੋਂ ਰਾਬਤਾ ਰਹਿੰਦਾ, ਪਰਮਾਤਮਾ ਪ੍ਰਸਿੱਧੀ ਦਿੰਦਾ ਹੈ ਤਾਂ ਲੋਕ ਬਦਲ ਜਾਂਦੇ ਨੇ। ਪਰ ਹਾਂਜੀ ਸ਼ਸ਼ੀ, ਠੀਕ ਹੈ। 4 ਵਿਸਵੇ ਦੀ ਕੋਠੀ ਚੋਂ ਹਾਂਜੀ ਅੱਜ ਬਿੱਗੇ ਦੀ ਕੋਠੀ 'ਚ ਗਿਆ, ਪਰ ਫਰਕ ਉਹਦਾ ਕੋਈ ਉਹ ਨਹੀਂ ਹੈਗਾ। ਫਰਕ ਉਹਦਾ ਕੋਈ ਨਹੀਂ ਸੀ। ਕੋਈ ਉਹਨੂੰ ਮਾਣ ਜਾਣੀ ਇੱਕ ਨਹੀਂ ਸੀ ਮੈਂ ਇੰਨਾ ਕਰੋੜਾਂਪਤੀ ਹੋ ਗਿਆ ਜਾਂ ਅਰਬਾਂਪਤੀ ਹੋ ਗਿਆ। ਉਹਨੂੰ ਕੋਈ ਉਹਦੇ ਮਾਣ ਨਹੀਂ ਕੀਤਾ ਕਦੇ। ਪੈਸੇ ਤਾਂ ਬੰਦੇ ਨੇ ਕਦੇ ਮਾਣ ਨਹੀਂ ਕੀਤਾ। ਜੇ ਮਾਣ ਨਹੀਂ ਕੀਤਾ ਫਿਰ ਤਾਂ ਹੀ ਅੱਜ ਮੇਰੇ ਖਿਆਲ ਫਿਰ ਇਹੀ ਚੀਜ਼ ਹੈ ਜੀ, ਕਮਾਈ ਹੁੰਦੀ ਹੈ ਜੀ। ਨਹੀਂ ਬੰਦੇ ਇੱਕ ਲੋਕ ਕਹਿੰਦੇ ਨੇ ਪੈਸਾ ਕਮਾ ਲਓ, ਪੈਸਾ ਨਹੀਂ, ਲੋਕ ਕਮਾਉਣੇ ਵੱਡੀ ਗੱਲ ਹੁੰਦੀ ਹੈ। ਉਹਨੇ ਲੋਕ ਕਮਾਏ ਨੇ, ਜਾਣੀ ਹਿੰਦੁਸਤਾਨ ਦੇ ਲੋਕ ਕਮਾਏ ਨੇ, ਵਰਲਡ ਦੇ ਬਾਹਰਲੇ ਮੁਲਕਾਂ ਤੋਂ ਲੋਕ ਕਮਾਏ ਨੇ। ਅੱਜ ਅਸੀਂ ਸਾਰਾ ਪਿੰਡ ਸਾਰੇ ਪਿੰਡ ਸਾਡੇ ਜਿੰਨੇ ਮੇਰਾ ਪਿੰਡ ਭੜੀ ਹੈ ਜਾਂ ਸਾਰੇ ਪਿੰਡ ਸਾਡੇ ਇੱਥੇ ਖੜੇ ਨੇ। ਖੰਨਾ ਸਾਰਾ ਖੜਾ ਇੱਥੇ। ਵੱਖ-ਵੱਖ ਜਿਹੜੇ ਇੰਟਰਨੈਸ਼ਨਲ ਸਿੰਗਰ ਨੇ ਉਹ ਵੀ ਆਏ ਹੋਏ ਨੇ, ਮੰਤਰੀ ਵੀ ਆਏ ਹੋਏ ਨੇ, ਇੱਕ ਦੋ ਇੱਥੇ ਬਾਅਦ 'ਚ ਪਤਾ ਲੱਗੂ ਤੁਹਾਨੂੰ, ਤੁਸੀਂ ਤਾਂ ਦੇਖ ਹੀ ਲੈਣੇ ਸਾਰੇ। ਗੱਲਾਂ ਹੋ ਰਹੀਆਂ ਨੇ ਵੀ ਮੁੱਖ ਮੰਤਰੀ ਵੀ ਆ ਰਹੇ ਨੇ ਜੀ। ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ। ਹੋ ਸਕਦਾ ਉਹ ਆ ਜਾਣ। ਜੇ ਆ ਜਾਣ ਤਾਂ
ਉਹਨਾਂ ਦਾ ਬਹੁਤ ਵੱਡਾ ਵਡੱਪਣ ਹੈ ਤੇ ਸਾਡੇ ਯਾਰ ਨੂੰ, ਸਾਡੇ ਦੋਸਤ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਊਗੀ। ਅਸੀਂ ਮਾਣ ਕਰਾਂਗੇ ਵੀ ਸਾਡੇ ਦੋਸਤ ਦੀ, ਸਾਡੇ ਛੋਟੇ ਭਾਈ ਦੀ ਤੇ ਜਿੱਦਾਂ ਇੱਥੇ ਉਹਨੂੰ ਦਫਨਾਉਣਾ ਹੈ ਤੇ ਉਹਦੇ ਵਿੱਚ ਮੁੱਖ ਮੰਤਰੀ ਆਇਆ ਜਾਂ ਕੋਈ ਹੋਰ ਬੰਦਾ ਆਇਆ, ਇਹ ਸਾਨੂੰ, ਸਾਡੇ ਇਲਾਕੇ ਨੂੰ ਮਾਣ ਹੋਊਗਾ ਇਹਦਾ ਵਿੱਚ। ਇਹ ਬਿਲਕੁਲ ਅਸੀਂ ਇਹਨੂੰ ਕਹਿੰਦੇ ਆ ਵੀ ਜੇ ਉਹ ਆਉਣ ਤਾਂ ਬਹੁਤ ਵਧੀਆ ਗੱਲ ਹੈ ਜੀ। ਸੋ ਬਿਲਕੁਲ ਜੀ, ਨਾਮਵਰ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਸਰਦੂਲ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ, ਉਹਨਾਂ ਦੀ ਅੰਤਿਮ ਵਿਦਾਇਗੀ, ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ, ਸ਼ਾਮਿਲ ਹੋਣ ਦੇ ਲਈ ਦੂਰ ਦਰਾਡਿਓਂ ਲੋਕ ਆਏ ਨੇ। ਇਹੀ ਵੱਡੀ ਕਮਾਈ ਹੈ ਤੇ ਇਹ ਕਮਾਈ ਹੁਣ ਉਹ ਜਿਹੜੀ ਉਹਨਾਂ ਨੇ ਕਮਾਇਆ ਹੈ ਤੇ ਉਸੇ ਕਮਾਈ ਕਰਕੇ ਅੱਜ ਇੱਥੇ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਪਿੰਡ ਖੇੜੀ ਨੌ ਸਿੰਘ ਵਿੱਚ ਅਸੀਂ ਖੜੇ ਹਾਂ ਤੇ ਕੁਛ ਹੀ ਦੇਰ ਬਾਅਦ ਜਿਹੜੇ ਉਹਨਾਂ ਦੀ ਅੰਤਿਮ ਕਿਰਿਆਕਰਮ ਹੈਗੇ ਆ ਸਰਦੂਲ ਸਿਕੰਦਰ ਜੀ ਦੇ ਕੀਤੇ ਜਾਣਗੇ ਤੇ ਜਲਦ ਮਿਲਦੇ ਹਾਂ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।